ਸੋ ਮੇਰਾ ਸਿਰਫ ਕਹਿਣ ਦਾ ਇਹੀ ਮਕਸਦ ਸੀ ਕਿ ਜਦੋਂ ਪੰਥਕ ਸੰਸਥਾਵਾਂ ਪੰਥਕ ਮਰਿਆਦਾ ਦੀ ਰਾਖੀ ਨਹੀਂ ਕਰਨਗੀਆਂ ਤੇ ਅਸੀਂ ਹੋਰ ਕਿਤੋਂ ਆਸ ਕਰੀਏ। ਤੁਸੀਂ ਪਹਿਲਾਂ ਕੀ ਦੱਸਿਆ ਕਿ ਪਹਿਲਾਂ ਪੰਥਕ ਰਹੁ ਰੀਤਾਂ ਦੇ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਸੀ। ਹੁਣ ਇਹਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੱਕ ਸੀਮਿਤ ਕਰ ਦਿੱਤਾ ਗਿਆ, ਕੇਂਦਰਿਤ ਕਰ ਦਿੱਤਾ ਗਿਆ। ਜਿਵੇਂ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹਨਾਂ ਦੀ ਜ਼ਬਾਨੀ ਤੌਰ 'ਤੇ ਮੋਬਾਈਲ 'ਤੇ ਗੱਲ ਹੋ ਗਈ ਹੈ ਜਥੇਦਾਰ ਸਾਹਿਬ ਨਾਲ, ਉਹ ਸ੍ਰੀ ਦਮਦਮਾ ਸਾਹਿਬ ਵਿਖੇ ਸੇਵਾਵਾਂ ਦੇਣਗੇ ਅਤੇ ਇੱਥੇ ਨਵੇਂ ਜਥੇਦਾਰ ਦੀ ਨਿਯੁਕਤੀ ਜਿਹੜੀ ਕੀਤੀ ਜਾ ਰਹੀ ਹੈ। ਸੋ ਇਹ ਜਿਹੜੀ ਨਿਯੁਕਤੀ ਹੈ ਇਹਦੇ ਪਿੱਛੇ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਕੌਣ ਕਰਵਾ ਰਿਹਾ ਇਸ ਤਰ੍ਹਾਂ? ਪਰ ਕਿਸੇ ਨੂੰ ਸਵਾਲ ਕਰਨ ਦਾ ਮੌਕਾ ਨਹੀਂ ਸੀ ਮਿਲਣਾ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਆਪ ਪਹਿਲੇ ਬਿਆਨ ਦਿੰਦੇ ਕਿ ਵੀ ਉਹ ਇਸ ਅਹੁਦੇ ਤੋਂ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋਣਾ ਚਾਹੁੰਦੇ ਨੇ, ਕਿਉਂਕਿ ਦਮਦਮਾ ਸਾਹਿਬ ਤਾਂ ਉਹ ਜਥੇਦਾਰ ਹੈ ਹੀ ਔਰ ਉਹ ਜ਼ਿਆਦਾਤਰ ਰਹਿੰਦੇ ਵੀ ਦਮਦਮਾ ਸਾਹਿਬ ਹਨ। ਅਤੇ ਜੇ ਉਹ ਪਹਿਲੇ ਬਿਆਨ ਦੇ ਦਿੰਦੇ ਕਿ ਵੀ ਮੈਂ ਕਿਉਂਕਿ ਜਥੇਦਾਰ ਦਮਦਮਾ ਸਾਹਿਬ ਹਾਂ ਅਤੇ ਮੈਂ ਉੱਥੇ ਫੁੱਲ ਟਾਈਮ ਸੇਵਾਵਾਂ ਦੇਣੀਆਂ, ਉਹਨਾਂ ਨੇ ਧਰਮ ਪ੍ਰਚਾਰ ਦੇ ਕਾਰਜ ਵੀ ਸ਼ੁਰੂ ਕੀਤੇ ਹੋਏ ਨੇ, ਹਰ ਚੀਜ਼ ਨੂੰ ਟਾਈਮ ਚਾਹੀਦਾ ਅਤੇ ਮੈਂ ਟਾਈਮ ਨਹੀਂ ਦੇ ਸਕਦਾ, ਤਾਂ ਇਹ ਬਿਹਤਰ ਗੱਲ ਹੁੰਦੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੈਂ ਤੁਹਾਡੇ ਨਾਲ ਗੱਲ ਕਰਾਂਗੇ, ਇੱਥੇ ਸਵਾਲ ਕਰਾਂਗਾ। ਤੁਸੀਂ 30 ਸਾਲ ਤੋਂ ਕਿਹਾ ਕਿ ਮੈਂਬਰ ਹੋ, ਕਹਿੰਦੇ ਨੇ ਆਮ ਹੀ ਇਲਜ਼ਾਮ ਲੱਗਦਾ ਰਿਹਾ ਕਿ ਲਿਫਾਫੇ 'ਚੋਂ ਨਿਕਲਦਾ ਹੈ ਜਥੇਦਾਰ ਵੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ, ਉਹਨਾਂ ਦੀ ਨਿਯੁਕਤੀ ਵੀ ਪਹਿਲਾਂ ਹੀ ਤੈਅ ਕੀਤੀ ਹੁੰਦੀ ਹੈ। ਬੇਸ਼ੱਕ ਪਿਛਲੇ ਸਮੇਂ 'ਚ ਬੀਬੀ ਜਗੀਰ ਕੌਰ ਜੀ ਪ੍ਰਧਾਨ ਰਹਿ ਚੁੱਕੇ, ਉਹਨਾਂ ਨੇ ਵੀ ਇਹ ਮੁੱਦਾ ਜਿਹੜਾ ਉਠਾਇਆ ਸੀ। ਹੁਣ ਕੀ ਲੱਗਦਾ ਹੈ ਕਿ ਹੁਣ ਤਾਂ ਬਾਦਲ ਪਾਰਟੀ ਜਿਹੜੀ ਹੈ ਉਹ ਪਿਛਲੇ 7-8 ਸਾਲ ਤੋਂ ਸੱਤਾ 'ਚ ਹੀ ਨਹੀਂ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਕੀ ਅਜੇ ਵੀ ਉਹਨਾਂ ਦੇ ਹੱਥਾਂ 'ਚ ਹੈ ਕਿ ਜਾਂ ਜਦੋਂ ਵੀ ਹੁਣ ਨਵੀਂ ਨਿਯੁਕਤੀ ਹੈ ਜੇ ਹੋਣ ਵਾਲੀ ਲੈ ਲਈਏ, ਇਹਦੇ ਪਿੱਛੇ ਵੀ ਉਸ ਪਾਰਟੀ ਦਾ ਕੋਈ ਹੱਥ ਹੋ ਸਕਦਾ ਜਾਂ ਕੋਈ ਅਜਿਹੀ ਹੋਰ ਤਾਕਤ ਹੈਗੀ ਹੈ ਜਿਹੜੀ ਵਾਇਆ ਉਸ ਪਾਰਟੀ ਚਲਾਉਂਦੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਨੂੰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ? ਹੁਣ ਕੁਛ ਵਿਸ਼ੇਸ਼ ਸੰਪਰਦਾਵਾਂ ਹਨ ਜਿਨ੍ਹਾਂ ਦਾ ਬੋਲਬਾਲਾ ਹੈ, ਜਿਹੜੇ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਆਦਾ 'ਤੇ ਵੀ ਕਿੰਤੂ ਕਰਦੇ ਹਨ, ਉਹ ਵੀ ਨਹੀਂ ਮੰਨਦੇ, ਉਹਨਾਂ ਦਾ ਪ੍ਰਭਾਵ ਹੋ ਗਿਆ। ਸੋ ਬਿਹਾਈਂਡ ਦ ਸੀਨਸ ਬੜਾ ਕੁਛ ਚੱਲਦਾ ਹੈਗਾ। ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਇਕੱਠੇ ਪੰਥਕ ਕਾਰਜਾਂ ਵਿੱਚ ਰਹੇ। ਇਹ ਮਸਲਾ ਕਦੋਂ ਆਇਆ? ਜਦੋਂ ਅਕਾਲੀ ਦਲ ਦੀ 75ਵੀਂ ਵਰ੍ਹੇਗੰਢ 'ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਜੋ ਪੰਥਕ ਪਾਰਟੀ ਸੀ ਉਹਨੂੰ ਇੱਕ ਸੈਕੂਲਰ ਰੂਪ ਦੇ ਦਿੱਤਾ। ਸੈਕੂਲਰ ਰੂਪ ਦੇਣ ਦੇ ਨਾਲ ਜਦੋਂ ਇਹਨਾਂ ਨੇ ਸਿੱਖੀ ਦੀ ਗੱਲ, ਨਿਰੋਲ ਸਿੱਖੀ ਦੀ ਗੱਲ ਛੱਡ ਦਿੱਤੀ ਤੇ ਫਿਰ ਉਸ ਵਕਤ ਤੋਂ ਇਹ ਮਸਲੇ ਆਣੇ ਸ਼ੁਰੂ ਹੋਏ। ਤੁਸੀਂ ਆਪ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਸੀ ਤਾਂ ਉਹਨੇ ਸ਼ਾਇਦ 1994 ਦੇ ਵਿੱਚ ਇਹ ਆਪਣੇ ਆਪ ਨੂੰ ਵਿਕਾਸ ਪਾਰਟੀ ਘੋਸ਼ਿਤ ਕਰ ਦਿੱਤਾ ਸੀ। ਜਦੋਂ ਗੱਠਜੋੜ ਹੋਇਆ 95 ਦੀ ਸ਼ਾਇਦ ਗੱਲ ਹੈ, ਜਦੋਂ ਉਹਨਾਂ ਨੇ ਇਹਨੂੰ ਵਿਕਾਸ ਪਾਰਟੀ ਦਾ ਨਾਂ ਦੇ ਦਿੱਤਾ ਕਿ ਪੰਜਾਬ ਦੇ ਵਿਕਾਸ ਦੇ ਮੁੱਦਿਆਂ 'ਤੇ ਲੜੇਗੀ, ਪੰਥਕ ਪਾਰਟੀ ਨਹੀਂ। ਉਸ ਤੋਂ ਬਾਅਦ ਮੰਨਦੇ ਹੋ ਗਿਰਾਵਟ ਹੋਣੀ ਸ਼ੁਰੂ ਹੋਈ ਹੈ, ਉਸ ਤੋਂ ਬਾਅਦ ਦਖਲਅੰਦਾਜ਼ੀ ਇਹਨਾਂ ਲੋਕਾਂ ਦੀ ਬਾਹਰਲੀਆਂ ਤਾਕਤਾਂ ਦੀ ਸ਼ੁਰੂ ਹੋਈ। ਉਸ ਤੋਂ ਬਾਅਦ ਜਿਸ ਪਾਰਟੀ ਨੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਨੇ ਸੀ, ਜਿਸ ਪਾਰਟੀ ਨੇ ਮਜ਼ਲੂਮ ਦੀ ਰੱਖਿਆ ਕਰਨੀ ਸੀ, ਨਿਆਂ ਵਾਸਤੇ ਗੱਲ ਕਰਨੀ ਸੀ, ਉਸ ਪਾਰਟੀ ਨੇ ਅੱਜ ਵੀ ਤੁਸੀਂ ਅਗਰ ਸੁਣੋਗੇ ਤਾਂ ਕਹਿੰਦੇ ਨੇ ਜੀ ਅਸੀਂ ਫਿਰਕੂ ਏਕਤਾ ਦੀ ਗੱਲ ਕਰਦੇ ਆ। ਪੰਜਾਬ ਦੇ ਵਿੱਚ ਤਾਂ ਕਦੀ ਫਿਰਕੂ ਮਸਲੇ ਸੀ ਨਹੀਂ। ਰੋਜ਼ਾਨਾ ਦਸਤਕ ਨਾਲ ਜੁੜ ਚੁੱਕੇ ਹੋ ਤੁਸੀਂ। ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ। ਦੋਸਤੋ, ਅੱਜ ਇੱਕ ਨਵੀਂ ਖਬਰ ਤੁਹਾਡੇ ਰੂਬਰੂ ਹੋਈ ਹੋਏਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਜੀ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ। ਉਹਦੇ ਪਿੱਛੇ ਕੀ ਗੱਲਬਾਤ ਹੈ? ਬੇਸ਼ੱਕ SGPC ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਵੀ ਹੈ, ਇਹ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਉਹਨਾਂ ਨੂੰ ਲਾਇਆ ਗਿਆ ਸ਼ਬਦ ਨਾ ਵਰਤਿਆ ਜਾਵੇ। ਉਹਨਾਂ ਦੀ ਮੇਰੇ ਨਾਲ ਫੋਨ 'ਤੇ ਗੱਲਬਾਤ ਹੋਈ ਹੈ ਔਰ ਉਹਨਾਂ ਨੇ ਆਪਣੀਆਂ ਸੇਵਾਵਾਂ ਤੋਂ ਆਪ ਕਿਹਾ ਕਿ ਮੈਨੂੰ ਇੱਥੋਂ ਮੁਕਤ ਕਰ ਦਿੱਤਾ ਜਾਵੇ। ਉਹ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜੀਆਂ ਸੇਵਾਵਾਂ ਆਪਣੀਆਂ ਦਿੰਦੇ ਰਹਿਣਗੇ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਮੇਰੇ ਨਾਲ SGPC ਮੈਂਬਰ ਮੈਡਮ ਕਿਰਨਜੋਤ ਕੌਰ ਮੌਜੂਦ ਨੇ। ਉਹਨਾਂ ਕੋਲ ਜਾਣਦੇ ਹਾਂ ਕਿ ਉਹਨਾਂ ਵੀ 1-2 ਪੋਸਟਾਂ ਜਿਹੜੀਆਂ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਵਾਇਰਲ ਕੀਤੀਆਂ ਨੇ, ਉਹਨਾਂ ਦਾ ਨਜ਼ਰੀਆ ਇਸ ਪ੍ਰਤੀ ਕੀ ਆ? ਭੈਣ ਜੀ, ਪਹਿਲਾਂ ਸਵਾਗਤ ਹੈ ਸਾਡੇ ਨਾਲ। ਬਹੁਤ ਬਹੁਤ ਮਿਹਰਬਾਨੀ। ਸੋ ਅੱਜ ਤੁਸੀਂ ਇੱਕ ਪੋਸਟ ਜਿਹੜੀ ਆ ਉਹ ਸ਼ੇਅਰ ਕੀਤੀ ਹੈ
ਕਿ ਪੰਥਕ ਸੰਸਥਾਵਾਂ ਜਿਹੜੀਆਂ ਨੇ ਉਹ ਸ਼ਾਇਦ ਜੋ ਦਿਸ਼ਾਹੀਨ ਹੋ ਜਾਂਦੀਆਂ ਨੇ। ਥੋੜ੍ਹਾ ਆਪ ਵੀ ਉਹਦੇ ਵਿਸਤਾਰ ਦੱਸ ਦਿਓ ਕਿ ਕਾਰਨ ਕੀ ਬਣਿਆ ਉਹ ਪੋਸਟ ਪਾਉਣ ਲਈ। ਅਕਾਲ ਤਖਤ ਸਾਹਿਬ ਸਿੱਖਾਂ ਵਾਸਤੇ ਅਜਿਹੀ ਸਿਰਮੌਰ ਸੰਸਥਾ ਹੈ ਜਿੱਥੋਂ ਹਰ ਹੁਕਮ ਜਿਹੜਾ ਹੈ ਹਰ ਸਿੱਖ ਦੇ ਸਿਰ ਮੱਥੇ ਹੈ। ਪਰ ਪਿਛਲੇ ਤਕਰੀਬਨ 15-20 ਸਾਲ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਅਹੁਦਾ ਹੈ ਉਹਦੇ ਪ੍ਰਤੀ ਵੱਖ-ਵੱਖ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਨੇ, ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਔਰ ਜਿਹੜਾ ਇੱਕ ਬਹੁਤ ਹੀ ਮੁਕੱਦਸ ਅਹੁਦਾ ਹੈ ਉਹਨੂੰ ਵਿਵਾਦਾਂ ਦੇ ਘੇਰੇ ਦੇ ਵਿੱਚ ਆਮ ਜਿਹੜੀ ਸਿੱਖ ਹਨ ਉਹਨਾਂ ਦੀ ਸੋਚ ਨੇ ਲੈ ਆਂਦਾ। ਹੁਣ ਇਸ ਸਾਰੇ ਮਸਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਇੱਕ ਸਿੱਖਾਂ ਦੀ ਚੁਣੀ ਹੋਈ ਪੰਥਕ ਜਥੇਬੰਦੀ ਹੈ, ਸ਼੍ਰੋਮਣੀ ਕਮੇਟੀ ਨੂੰ ਇਸ ਪ੍ਰਤੀ ਦਿਸ਼ਾ ਦੇਣੀ ਚਾਹੀਦੀ ਹੈ ਕਿ ਜੇ ਅਸੀਂ ਮਰਿਆਦਾ ਦੇ ਰਾਖੀ ਕਰਨ ਦੀ ਜਾਂ ਮਰਿਆਦਾ ਮੰਨਣ ਦੇ ਦਾਅਵੇਦਾਰ ਹਾਂ ਅਤੇ ਅਸੀਂ ਪ੍ਰਚਾਰਕ ਵੀ ਹਾਂ। ਸੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਵੀ ਅਸੀਂ ਇਸ ਗੱਲ ਬਾਰੇ ਜੋ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਹਨ ਉਹਨਾਂ ਨੂੰ ਸਪਸ਼ਟ ਕਰੀਏ। ਮੈਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਿਆ ਤਕਰੀਬਨ 30 ਸਾਲ ਦੇ ਕਰੀਬ ਹੋਣ ਲੱਗੇ ਹਨ ਅਤੇ ਅਸੀਂ ਸ਼ੁਰੂ ਦੇ ਵਿੱਚ ਜਦੋਂ ਦੇਖਦੇ ਰਹੇ ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਦੋਂ ਨਿਯੁਕਤੀ ਹੁੰਦੀ ਸੀ ਇਹ ਨਿਰਵਿਵਾਦ ਹੁੰਦੀ ਸੀ। ਬਕਾਇਦਾ ਅਕਾਲ ਤਖਤ ਸਾਹਿਬ 'ਤੇ ਅਨਾਊਂਸ ਹੁੰਦਾ ਸੀ ਵੀ ਅੱਜ ਫਲਾਣੇ ਸਿੰਘ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੰਭਾਲਣੀ ਹੈ ਅਤੇ ਜਥੇਬੰਦੀਆਂ ਜਿਹੜੀਆਂ ਪੰਥਕ ਜਾਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਸੀ। ਸਾਰੇ ਅਕਾਲ ਤਖਤ ਸਾਹਿਬ 'ਤੇ ਇਕੱਤਰ ਹੋ ਕੇ ਦਸਤਾਰਾ ਭੇਟ ਕਰਦਿਆ ਕਰਦੇ ਸੀ ਔਰ ਬੜੇ ਮਾਣ ਸਤਿਕਾਰ ਦੇ ਨਾਲ ਜਥੇਦਾਰ ਦੀ ਸਥਾਪਨਾ ਅਤੇ ਨਿਯੁਕਤੀ ਹੁੰਦੀ ਸੀ। ਪਰ ਹੁਣ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਥੇਦਾਰ ਦੀ ਨਿਯੁਕਤੀ ਔਰ ਜਿਸ ਤਰੀਕੇ ਦੇ ਨਾਲ ਅਹੁਦੇ ਤੋਂ ਹਟਾਉਣ ਦਾ ਇੱਕ ਘਟਨਾਕ੍ਰਮ ਚੱਲਿਆ ਉਹਦੇ ਨਾਲ ਵੱਖ-ਵੱਖ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ ਔਰ ਅੱਜ ਦੀ ਤਰੀਕ ਦੇ ਵਿੱਚ ਜਦੋਂ ਅਕਾਲੀ ਦਲ ਦੇ ਨਾਲ ਲੋਕਾਂ ਦਾ ਜੋ ਗੁੱਸਾ ਹੈ ਉਹਨਾਂ ਨੇ ਪ੍ਰਗਟ ਕੀਤਾ ਹੈ ਅਤੇ ਅੱਜ ਪੋਲੀਟੀਕਲੀ ਅਸੀਂ ਦੇਖ ਲਈ ਅਸੀਂ ਕਿੱਥੇ ਖੜ੍ਹੇ ਹਾਂ ਅਤੇ ਜਿੱਥੇ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਵਾਪਸ ਆਪਣੇ ਜਿਹੜੀਆਂ ਪੰਥਕ ਜੜ੍ਹਾਂ ਹੈ ਉਹਨਾਂ ਦੇ ਵੱਲ ਮੁੜੀਏ, ਫਿਰ ਜਿਹੜੀਆਂ ਪੰਥਕ ਸੰਸਥਾਵਾਂ ਦੇ ਵਿੱਚ ਜਿਹੜੀਆਂ ਪੰਥਕ ਰਵਾਇਤਾਂ ਹਨ ਸਾਨੂੰ ਉਹ ਵੀ ਸੁਰਜੀਤ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ। ਸੋ ਮੇਰਾ ਸਿਰਫ ਕਹਿਣ ਦਾ ਇਹੀ ਮਕਸਦ ਸੀ ਕਿ ਜਦੋਂ ਪੰਥਕ ਸੰਸਥਾਵਾਂ ਪੰਥਕ ਮਰਿਆਦਾ ਦੀ ਰਾਖੀ ਨਹੀਂ ਕਰਨਗੀਆਂ ਅਤੇ ਅਸੀਂ ਹੋਰ ਕਿਤੋਂ ਆਸ ਕਰੀਏ। ਸੋ ਇਹ ਤੁਸੀਂ ਪਹਿਲਾਂ ਕੀ ਦੱਸਿਆ ਕਿ ਪਹਿਲਾਂ ਪੰਥਕ ਰਹੁ ਰੀਤਾਂ ਦੇ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਸੀ। ਹੁਣ ਇਹਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੱਕ ਸੀਮਿਤ ਕਰ ਦਿੱਤਾ ਗਿਆ, ਕੇਂਦਰਿਤ ਕਰ ਦਿੱਤਾ ਗਿਆ। ਜਿਵੇਂ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹਨਾਂ ਦੀ ਜ਼ਬਾਨੀ ਤੌਰ 'ਤੇ ਮੋਬਾਈਲ 'ਤੇ ਗੱਲ ਹੋ ਗਈ ਹੈ ਜਥੇਦਾਰ ਸਾਹਿਬ ਨਾਲ, ਉਹ ਸ੍ਰੀ ਦਮਦਮਾ ਸਾਹਿਬ ਵਿਖੇ ਸੇਵਾਵਾਂ ਦੇਣਗੇ ਅਤੇ ਇੱਥੇ ਨਵੇਂ ਜਥੇਦਾਰ ਦੀ ਨਿਯੁਕਤੀ ਜਿਹੜੀ ਕੀਤੀ ਜਾ ਰਹੀ ਹੈ। ਸੋ ਇਹ ਜਿਹੜੀ ਨਿਯੁਕਤੀ ਹੈ ਇਹਦੇ ਪਿੱਛੇ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਕੌਣ ਕਰਵਾ ਰਿਹਾ ਇਸ ਤਰ੍ਹਾਂ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਥੇਦਾਰ ਦੀ ਸੇਵਾ ਦਿੱਤੀ ਗਈ ਹੈ ਉਸ ਵੇਲੇ ਕਿਹਾ ਗਿਆ ਜੀ ਇੱਕ ਕਾਰਜਕਾਰੀ ਜਥੇਦਾਰ ਹਨ। ਜੋ ਕਾਰਜਕਾਰੀ ਜਥੇਦਾਰ ਆਪਣੇ ਆਪ ਦੇ ਵਿੱਚ ਸ਼ਬਦਾਵਲੀ ਜਿਹੜੀ ਹੈ ਉਹ ਸਹੀ ਨਹੀਂ ਹੈਗੀ। ਸੋ ਜਥੇਦਾਰ ਤਾਂ ਇੱਥੇ ਸਾਨੂੰ ਰੈਗੂਲਰ ਹੀ ਚਾਹੀਦੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਪਰ ਜਿੱਥੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਅਨਾਊਂਸ ਕੀਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਉਹਨਾਂ ਦੀ ਗੱਲ ਹੋਈ ਹੈ ਅਤੇ ਉਹਨਾਂ ਦੀ ਸਹਿਮਤੀ ਦੇ ਨਾਲ ਸਾਰਾ ਕੁਝ ਹੋਇਆ, ਬਹੁਤ ਚੰਗੀ ਗੱਲ ਹੈ। ਪਰ ਕਿਸੇ ਨੂੰ ਸਵਾਲ ਕਰਨ ਦਾ ਮੌਕਾ ਨਹੀਂ ਸੀ ਮਿਲਣਾ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਆਪ ਪਹਿਲੇ ਬਿਆਨ ਦਿੰਦੇ ਕਿ ਵੀ ਉਹ ਇਸ ਅਹੁਦੇ ਤੋਂ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋਣਾ ਚਾਹੁੰਦੇ ਨੇ, ਕਿਉਂਕਿ ਦਮਦਮਾ ਸਾਹਿਬ ਤਾਂ ਉਹ ਜਥੇਦਾਰ ਹੈ ਹੀ ਔਰ ਉਹ ਜ਼ਿਆਦਾਤਰ ਰਹਿੰਦੇ ਵੀ ਦਮਦਮਾ ਸਾਹਿਬ ਹਨ। ਅਤੇ ਜੇ ਉਹ ਪਹਿਲੇ ਬਿਆਨ ਦੇ ਦਿੰਦੇ ਕਿ ਵੀ ਮੈਂ ਕਿਉਂਕਿ ਜਥੇਦਾਰ ਦਮਦਮਾ ਸਾਹਿਬ ਹਾਂ ਅਤੇ ਮੈਂ ਉੱਥੇ ਫੁੱਲ ਟਾਈਮ ਸੇਵਾਵਾਂ ਦੇਣੀਆਂ, ਉਹਨਾਂ ਨੇ ਧਰਮ ਪ੍ਰਚਾਰ ਦੇ ਕਾਰਜ ਵੀ ਸ਼ੁਰੂ ਕੀਤੇ ਹੋਏ ਨੇ, ਹਰ ਚੀਜ਼ ਨੂੰ ਟਾਈਮ ਚਾਹੀਦਾ ਅਤੇ ਮੈਂ ਟਾਈਮ ਨਹੀਂ ਦੇ ਸਕਦਾ, ਤਾਂ ਇਹ ਬਿਹਤਰ ਗੱਲ ਹੁੰਦੀ। ਔਰ ਉਹਦੇ ਵਾਸਤੇ ਕੋਈ ਐਮਰਜੈਂਸੀ ਮੀਟਿੰਗ ਬੁਲਾ ਕੇ ਰਾਤੋਂ ਰਾਤ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਕੀਤਾ ਗਿਆ, ਇਹ ਕੋਈ ਚੰਗੀ ਪਰੰਪਰਾ ਨਹੀਂ। ਇਹਦੇ ਰਾਜਨੀਤਿਕ ਮੋਟਿਵ ਕੀ ਮੰਨਦੇ ਹੋ ਕਿ ਕੀ ਹੋ ਸਕਦਾ ਉਹਨਾਂ ਨੂੰ ਇੱਕਦਮ ਰਾਤੋਂ ਰਾਤ ਹੀ ਲਾ ਦੇਣਾ ਅਤੇ ਨਵਿਆਂ ਨੂੰ ਜ਼ਿੰਮੇਵਾਰੀ ਦੇ ਦੇਣੀ? ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਅੱਗੇ ਜਿੱਥੇ ਵੱਖੋ ਵੱਖ
ਸਿੱਖ ਸੰਸਥਾਵਾਂ ਆਪਣਾ ਹਿੱਸਾ ਪਾਉਂਦੀਆਂ ਸੀ। ਹੁਣ ਕੁਛ ਵਿਸ਼ੇਸ਼ ਸੰਪਰਦਾਵਾਂ ਹਨ ਜਿਨ੍ਹਾਂ ਦਾ ਬੋਲਬਾਲਾ ਹੈ, ਜਿਹੜੇ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਆਦਾ 'ਤੇ ਵੀ ਕਿੰਤੂ ਕਰਦੇ ਹਨ, ਉਹ ਵੀ ਨਹੀਂ ਮੰਨਦੇ, ਉਹਨਾਂ ਦਾ ਪ੍ਰਭਾਵ ਹੋ ਗਿਆ। ਸੋ ਬਿਹਾਈਂਡ ਦ ਸੀਨਸ ਬੜਾ ਕੁਛ ਚੱਲਦਾ ਹੈਗਾ। ਸੋ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹਾਂਗੀ ਕਿ ਜੋ ਸੰਗਤ ਦੇ ਸਾਹਮਣੇ ਗੱਲ ਆਏ ਉਹ ਨਿਰਵਿਵਾਦ ਹੋਣੀ ਚਾਹੀਦੀ ਹੈ, ਦਿਸ਼ਾ ਦੇਣ ਵਾਲੀ ਹੋਣੀ ਚਾਹੀਦੀ ਹੈ, ਭੰਬਲ ਭੂਸੇ ਪਾਉਣ ਵਾਲੀ ਨਹੀਂ। ਤੁਸੀਂ ਹੁਣ ਐਸਜੀਪੀਸੀ ਦੇ ਮੈਂਬਰ ਹੋ, ਪੱਛਮੀ ਤੋਂ ਤੁਸੀਂ ਕਿਹਾ, ਤੁਹਾਨੂੰ ਨਹੀਂ ਭਰੋਸੇ ਲਿਆ ਗਿਆ ਜਾਂ ਤੁਹਾਡੇ ਨਾਲ ਦੇ ਹੋਰ ਜਿਹੜੇ ਸਾਥੀ ਕਿਸੇ ਨੂੰ ਨਹੀਂ ਇਸ ਨਿਯੁਕਤੀ ਬਾਰੇ ਦੱਸਿਆ ਗਿਆ? ਸੁਣਨ ਵਿੱਚ ਤਾਂ ਇਹ ਆਇਆ ਕਿ ਜਿਹੜੀ ਐਗਜ਼ੈਕਟਿਵ ਕਮੇਟੀ ਦੀ ਐਮਰਜੈਂਸੀ ਮੀਟਿੰਗ ਦਾ ਏਜੰਡਾ ਭੇਜਿਆ ਗਿਆ, ਉਹਦੇ ਵਿੱਚ ਵੀ ਸਪਸ਼ਟ ਨਹੀਂ ਸੀ ਕੀਤਾ ਗਿਆ ਕਿ ਜਿਹੜਾ ਇੱਕ ਨੁਕਾਤੀ ਏਜੰਡਾ ਜਿਹਦੇ ਵਾਸਤੇ ਮੀਟਿੰਗ ਬੁਲਾਈ ਹੈ ਉਹ ਏਜੰਡਾ ਹੈ ਕੀ। ਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੈਂ ਤੁਹਾਡੇ ਨਾਲ ਗੱਲ ਕਰਾਂਗੇ, ਇੱਥੇ ਸਵਾਲ ਕਰਾਂਗਾ। ਤੁਸੀਂ 30 ਸਾਲ ਤੋਂ ਕਿਹਾ ਕਿ ਮੈਂਬਰ ਹੋ, ਕਹਿੰਦੇ ਨੇ ਆਮ ਹੀ ਇਲਜ਼ਾਮ ਲੱਗਦਾ ਰਿਹਾ ਕਿ ਲਿਫਾਫੇ 'ਚੋਂ ਨਿਕਲਦਾ ਹੈ ਜਥੇਦਾਰ ਵੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ, ਉਹਨਾਂ ਦੀ ਨਿਯੁਕਤੀ ਵੀ ਪਹਿਲਾਂ ਹੀ ਤੈਅ ਕੀਤੀ ਹੁੰਦੀ ਹੈ। ਬੇਸ਼ੱਕ ਪਿਛਲੇ ਸਮੇਂ 'ਚ ਬੀਬੀ ਜਗੀਰ ਕੌਰ ਜੀ ਪ੍ਰਧਾਨ ਰਹਿ ਚੁੱਕੇ, ਉਹਨਾਂ ਨੇ ਵੀ ਇਹ ਮੁੱਦਾ ਜਿਹੜਾ ਉਠਾਇਆ ਸੀ। ਹੁਣ ਕੀ ਲੱਗਦਾ ਹੈ ਕਿ ਹੁਣ ਤਾਂ ਬਾਦਲ ਪਾਰਟੀ ਜਿਹੜੀ ਹੈ ਉਹ ਪਿਛਲੇ 7-8 ਸਾਲ ਤੋਂ ਸੱਤਾ 'ਚ ਹੀ ਨਹੀਂ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਕੀ ਅਜੇ ਵੀ ਉਹਨਾਂ ਦੇ ਹੱਥਾਂ 'ਚ ਹੈ ਕਿ ਜਾਂ ਜਦੋਂ ਵੀ ਹੁਣ ਨਵੀਂ ਨਿਯੁਕਤੀ ਹੈ ਜੇ ਹੋਣ ਵਾਲੀ ਲੈ ਲਈਏ, ਇਹਦੇ ਪਿੱਛੇ ਵੀ ਉਸ ਪਾਰਟੀ ਦਾ ਕੋਈ ਹੱਥ ਹੋ ਸਕਦਾ ਜਾਂ ਕੋਈ ਅਜਿਹੀ ਹੋਰ ਤਾਕਤ ਹੈਗੀ ਹੈ ਜਿਹੜੀ ਵਾਇਆ ਉਸ ਪਾਰਟੀ ਚਲਾਉਂਦੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਨੂੰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ? ਕੋਈ ਅੱਜ ਦੇ ਸਮੇਂ ਦੀ ਤਰਾਸਦੀ ਇਹ ਹੈ ਕਿ ਜਿਹੜੇ ਤੁਹਾਡੇ ਜਨਰੇਸ਼ਨ ਦੇ ਪੱਤਰਕਾਰ ਹਨ ਜਾਂ ਜਿਹੜੇ ਸਿਆਸੀ ਬੰਦੇ ਨੇ, ਉਹਨਾਂ ਨੂੰ ਇਤਿਹਾਸ ਦਾ ਪਤਾ ਹੀ ਨਹੀਂ ਹੈ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਇਕੱਠੇ ਪੰਥਕ ਕਾਰਜਾਂ ਵਿੱਚ ਰਹੇ ਨੇ। ਇਹ ਮਸਲਾ ਕਦੋਂ ਆਇਆ? ਜਦੋਂ ਅਕਾਲੀ ਦਲ ਦੀ 75ਵੀਂ ਵਰ੍ਹੇਗੰਢ 'ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਜੋ ਪੰਥਕ ਪਾਰਟੀ ਸੀ ਉਹਨੂੰ ਇੱਕ ਸੈਕੂਲਰ ਰੂਪ ਦੇ ਦਿੱਤਾ। ਸੈਕੂਲਰ ਰੂਪ ਦੇਣ ਦੇ ਨਾਲ ਜਦੋਂ ਇਹਨਾਂ ਨੇ ਸਿੱਖੀ ਦੀ ਗੱਲ, ਨਿਰੋਲ ਸਿੱਖੀ ਦੀ ਗੱਲ ਛੱਡ ਦਿੱਤੀ ਅਤੇ ਫਿਰ ਉਸ ਵਕਤ ਤੋਂ ਇਹ ਮਸਲੇ ਆਉਣੇ ਸ਼ੁਰੂ ਹੋਏ। ਹੁਣ ਅੱਜ ਵੀ ਜੇ ਅਸੀਂ ਜਿੰਨੇ ਸਾਡੇ ਮੈਂਬਰ ਹਨ ਤਕਰੀਬਨ ਅਕਾਲੀ ਦਲ ਦੇ ਟਿਕਟ ਦੇ ਉੱਪਰ ਜਿੱਤੇ ਹੋਏ ਨੇ, ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪਾਰਟੀ ਦੇ ਨੁਮਾਇੰਦਾ ਵਜੋਂ ਖੜਾ ਕੀਤਾ ਸੀ ਔਰ ਅਸੀਂ ਤਕਰੀਬਨ ਮੈਨੂੰ ਲੱਗਦਾ ਹੈ ਸ਼ਾਇਦ 80% ਹੀ 75 ਤੋਂ 80% ਅਸੀਂ ਸਾਰੇ ਅਕਾਲੀ ਦਲ ਦੇ ਮੈਂਬਰ ਹਾਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਵੀ ਮੈਂਬਰ ਹਾਂ। ਸੋ ਇਹ ਜਿਹੜਾ ਤੁਸੀਂ ਕਹੋ ਕਿ ਵੀ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਮਨਫੀ ਹੋ ਜਾਏ, ਇਹ ਸੰਭਵ ਨਹੀਂ ਹੈ ਕਿਉਂਕਿ ਅਕਾਲੀ ਦਲ ਜਿਹੜਾ ਇਤਿਹਾਸਿਕ ਪੱਧਰ 'ਤੇ ਇੱਕ ਸਾਡੀ ਮਾਨਸਿਕਤਾ ਦੇ ਨਾਲ ਜੁੜਿਆ ਹੋਇਆ ਉਹ ਤਾਂ ਇੱਥੇ ਹੈ ਹੀ ਹੈ। ਪਰ ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਹੁਣ ਜਿਸ ਕਿਸਮ ਦੀ ਸਿਆਸੀ ਦਖਲ ਅੰਦਾਜ਼ੀ ਸ਼ੁਰੂ ਹੋ ਗਈ ਹੈ ਜਿਹੜੀ ਸਿੱਖ ਹਿੱਤਾਂ ਵਿੱਚ ਨਹੀਂ, ਉਸ ਚੀਜ਼ ਨੇ ਸਾਡਾ ਸਿਆਸੀ ਤੌਰ 'ਤੇ ਵੀ ਨੁਕਸਾਨ ਕੀਤਾ, ਸਾਡਾ ਧਾਰਮਿਕ ਤੌਰ 'ਤੇ ਵੀ ਨੁਕਸਾਨ ਕੀਤਾ। ਉਹ ਸਿਆਸਤ ਸ਼੍ਰੋਮਣੀ ਕਮੇਟੀ ਕਦੋਂ ਤੋਂ ਸ਼ੁਰੂ ਹੋਈ ਮੰਨਦੇ? ਇਹ ਕਾਫੀ ਦੇਰ ਤੋਂ ਹੈ ਜੀ, ਇਹ ਪਿਛਲੇ 20 ਸਾਲ ਤੱਕ 20 ਸਾਲ ਤੋਂ ਉੱਪਰ ਹੋ ਗਏ ਨੇ। ਇਹ ਫਿਰ ਇਹਦਾ ਮੁੱਢ ਕਿਹਨੂੰ ਮੰਨੀਏ? ਕਿਉਂਕਿ ਪੰਥਕ ਰਹੁ ਰੀਤਾਂ ਦੇ ਵਿੱਚ ਬੜੀਆਂ ਗਿਰਾਵਟਾਂ ਆਈਆਂ। ਜਦੋਂ ਆਪਾਂ ਸਿੱਖ ਸੰਗਤ 'ਚ ਵਿਚਰਦੇ ਹਾਂ ਨਾ, ਹੁਣ ਤਾਂ ਸੋਸ਼ਲ ਮੀਡੀਆ ਦੌਰ ਹੈ, ਸਾਰੀ ਗੱਲ ਸਾਹਮਣੇ ਆ ਜਾਂਦੀ ਹੈ। ਸਿੱਖ ਸੰਗਤ ਵੀ ਜਿਹੜੀ ਹੈ ਉਹ ਨਾਰਾਜ਼ ਪ੍ਰਤੀਤ ਹੁੰਦੀ ਲੱਗਦੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਤੋਂ ਵੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਤੋਂ ਵੀ। ਬੇਸ਼ੱਕ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਸ਼ਾਇਦ ਇਹ ਵੀ ਇੱਕ ਕਾਰਨ ਸੀ। ਅੱਜ ਵੀ ਜਦੋਂ ਕੋਈ ਨਿਯੁਕਤੀ ਹੁੰਦੀ ਹੈ ਜਾਂ ਕੋਈ ਗੱਲ ਹੁੰਦੀ ਹੈ ਤਾਂ ਇੱਕਦਮ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ ਜਾਂਦਾ। ਉਹ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਇਹ ਸਹੀ ਰੂਪ 'ਚ ਕਦੋਂ ਤੋਂ ਮੰਨਦੇ ਹੋ ਵੀ ਕੋਈ ਅਜਿਹੇ ਫੈਸਲੇ ਹੋਏ ਸੀ ਜਿਸ ਕਾਰਨ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਕਿ ਯਾਰ ਇਹ ਤਾਂ ਸਾਰਾ ਪ੍ਰਬੰਧ ਹੀ ਸੁਖਬੀਰ ਬਾਦਲ ਹੋਣੀ ਚਲਾਉਂਦੇ ਨੇ, ਜਾਂ RSS ਵੀ ਕਈ ਵਾਰੀ ਕਹਿ ਦਿੰਦੇ ਆ ਕਿ ਉਹ ਵੀ ਵਾਇਆ ਇਸੇ ਪਾਰਟੀ ਦੇ ਆਪਣੀ ਦਖਲਅੰਦਾਜ਼ੀ ਇਹਨਾਂ ਪ੍ਰਬੰਧਾਂ 'ਚ ਰੱਖਦੇ ਨੇ? ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਜਦੋਂ ਤੁਸੀਂ ਆਪਣੇ ਘਰ ਦੀ ਰਾਖੀ ਕਰਦੇ ਹੋ ਤਾਂ ਕੋਈ ਦੂਜਾ ਉਹਦੇ ਵਿੱਚ ਦਖਲ ਨਹੀਂ ਦੇ ਸਕਦਾ। ਜੇ ਤੁਸੀਂ ਕਮਜ਼ੋਰ ਹੋਵੋਗੇ ਤਾਂ ਕੋਈ ਦੂਸਰਾ ਦਖਲ ਦੇਗਾ। ਸੋ ਮੈਂ ਇਹ ਨਹੀਂ ਕਹਿੰਦੀ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ RSS ਦਾ ਦਖਲ ਹੈ, ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ BJP ਦੇ ਨਾਲ ਪੋਲੀਟੀਕਲ ਸਾਂਝ ਕੀਤੀ ਸੀ, ਜਦੋਂ ਪੰਥਕ ਸਟੇਜਾਂ ਦੇ ਉੱਪਰ BJP ਨੂੰ ਲਿਆ ਕੇ ਬਿਠਾਉਣਾ ਸ਼ੁਰੂ ਕਰ ਦਿੱਤਾ ਸੀ, ਉਦੋਂ ਇੱਕ ਮਿਲਗੋਬਾ ਜਿਹਾ ਹੋਣਾ ਸ਼ੁਰੂ ਹੋ ਗਿਆ ਸੀ। ਔਰ ਉਸ ਤੋਂ ਬਾਅਦ ਜਿਹੜੇ BJP ਦੇ ਹੈਗੇ ਸੀ ਕੁਝ ਬੰਦੇ, ਉਹਨਾਂ ਦੀ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਇੰਟਰਫੇਰੈਂਸ ਸੀ।
ਇੰਟਰਫੇਰੈਂਸ ਸਿਧਾਂਤਕ ਨਹੀਂ ਮੈਂ ਕਹਿ ਰਹੀ, ਜਿਸ ਤਰ੍ਹਾਂ ਹੁਣ ਮੁਲਾਜ਼ਮ ਰੱਖਣੇ, ਮੁਲਾਜ਼ਮਾਂ ਦੇ ਮਸਲੇ ਹੁੰਦੇ ਹੈਗੇ ਨੇ, ਉਹ ਬੀਜੇਪੀ ਦੇ ਮੈਂਬਰਾਂ ਦੇ ਰਾਹੀਂ ਵੀ ਉਹ ਮਸਲੇ ਆਉਂਦੇ ਸੀ। ਹੁਣ ਜਦੋਂ ਤੁਸੀਂ ਅਕਾਲੀ ਦਲ ਦੇ ਵਿੱਚ ਗੈਰ ਸਿੱਖ ਇੱਕ ਮੈਂਬਰ ਰੱਖਿਆ ਹੋਇਆ, ਉਹ ਗੈਰ ਸਿੱਖ ਮੈਂਬਰ ਵੀ ਇੰਟਰਫੇਅਰ ਕਰਦੇ ਸੀ। ਸੋ ਜਿਹੜੀ ਇਹ ਪੋਲੀਟੀਕਲ ਸਾਂਝ ਸੀ, ਉਹਦਾ ਵਖਰੇਵਾ ਨਹੀਂ ਕੀਤਾ ਗਿਆ ਕਿ ਵੀ ਤੁਸੀਂ ਪੋਲੀਟੀਕਲੀ ਇੱਕ ਕਾਮਨ ਪ੍ਰੋਗਰਾਮ 'ਤੇ ਚੱਲ ਰਹੇ ਹੋ, ਠੀਕ ਹੈ, ਪਰ ਤੁਹਾਡਾ ਧਰਮ ਦੇ ਵਿੱਚ ਕੋਈ ਸਾਂਝ ਨਹੀਂ ਹੈਗੀ। ਇੱਕ ਨਾ ਹੋਰ ਸਵਾਲ ਆਉਂਦਾ, ਤੁਸੀਂ ਆਪ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਸੀ, ਤਾਂ ਉਹਨੇ ਸ਼ਾਇਦ 1994 ਦੇ ਵਿੱਚ ਇਹ ਆਪਣੇ ਆਪ ਨੂੰ ਵਿਕਾਸ ਪਾਰਟੀ ਘੋਸ਼ਿਤ ਕਰ ਦਿੱਤਾ ਸੀ। ਜਦੋਂ ਗੱਠਜੋੜ ਹੋਇਆ 95 ਦੀ ਸ਼ਾਇਦ ਗੱਲ ਹੈ, ਜਦੋਂ ਉਹਨਾਂ ਨੇ ਇਹਨੂੰ ਵਿਕਾਸ ਪਾਰਟੀ ਦਾ ਨਾਂ ਦੇ ਦਿੱਤਾ ਕਿ ਪੰਜਾਬ ਦੇ ਵਿਕਾਸ ਦੇ ਮੁੱਦਿਆਂ 'ਤੇ ਲੜੇਗੀ, ਪੰਥਕ ਪਾਰਟੀ ਨਹੀਂ ਗੀ। ਉਸ ਤੋਂ ਬਾਅਦ ਮੰਨਦੇ ਹੋ ਗਿਰਾਵਟ ਹੋਣੀ ਸ਼ੁਰੂ ਹੋਈ ਹੈ, ਉਸ ਤੋਂ ਬਾਅਦ ਦਖਲਅੰਦਾਜ਼ੀ ਇਹਨਾਂ ਲੋਕਾਂ ਦੀ ਬਾਹਰਲੀਆਂ ਤਾਕਤਾਂ ਦੀ ਸ਼ੁਰੂ ਹੋਈ ਹੈ। ਬਿਲਕੁਲ, ਕਿਉਂਕਿ ਉਸ ਤੋਂ ਬਾਅਦ ਜਿਸ ਪਾਰਟੀ ਨੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਨੇ ਸੀ, ਜਿਸ ਪਾਰਟੀ ਨੇ ਮਜ਼ਲੂਮ ਦੀ ਰੱਖਿਆ ਕਰਨੀ ਸੀ, ਨਿਆਂ ਵਾਸਤੇ ਗੱਲ ਕਰਨੀ ਸੀ, ਉਸ ਪਾਰਟੀ ਨੇ ਅੱਜ ਵੀ ਤੁਸੀਂ ਅਗਰ ਸੁਣੋਗੇ ਤਾਂ ਕਹਿੰਦੇ ਨੇ ਜੀ ਅਸੀਂ ਫਿਰਕੂ ਏਕਤਾ ਦੀ ਗੱਲ ਕਰਦੇ ਆ। ਪੰਜਾਬ ਦੇ ਵਿੱਚ ਤਾਂ ਕਦੀ ਫਿਰਕੂ ਮਸਲੇ ਸੀ ਨਹੀਂ। 1984 ਦੇ ਵਿੱਚ ਵੀ ਹਿੰਦੂ ਸਿੱਖ ਵਿਰੋਧ ਕਦੀ ਵੀ ਨਹੀਂ ਸੀ ਹੈਗਾ, ਅੱਜ ਵੀ ਨਹੀਂ ਹੈਗਾ। ਜਿੱਥੇ ਸਿੱਖ ਸੋਚ ਹੈ, ਸਿੱਖ ਸੋਚ ਵਿੱਚ ਜਦ ਅਸੀਂ ਸਰਬੱਤ ਦਾ ਭਲਾ ਕਰਦੇ ਹਾਂ, ਅਤੇ ਸਰਬੱਤ ਦੇ ਭਲੇ ਵਿੱਚ ਕੀ ਹਿੰਦੂ ਨਹੀਂ ਆਉਂਦੇ, ਕੀ ਗੈਰ ਹਿੰਦੂ ਨਹੀਂ ਆਉਂਦੇ, ਸਾਰੇ ਹੀ ਆਉਂਦੇ ਨੇ ਉਹਦੇ ਵਿੱਚ। ਸੋ ਸਾਡਾ ਕਦੀ ਹੁਣ 1984 ਦੇ ਵਿੱਚ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਦਿੱਲੀ ਦੇ ਵਿੱਚ ਅੱਜ ਵੀ ਕੋਈ ਹਿੰਦੂ ਸਿੱਖ ਤੇ ਇਸ ਤਰ੍ਹਾਂ ਦੀਆਂ ਦੁਸ਼ਮਣੀਆਂ ਹਨ? ਇਹ ਸਿੱਖ ਕਿਰਦਾਰ ਹੀ ਨਹੀਂ। ਸਿੱਖ ਕਿਸੇ ਦੇ ਨਾਲ ਵੈਰ ਰੱਖਦੇ ਹੀ ਨਹੀਂ, ਕਿਉਂਕਿ ਇਹ ਸਾਡੀ ਮੁੱਢਲੀ ਜਿਹੜੀ ਅਰਦਾਸ ਹੈ, ਉਹਦੇ 'ਚ ਅਸੀਂ ਰੋਜ਼ ਕਹਿੰਦੇ ਹਾਂ, ਮਨ 'ਤੇ ਅਸਰ ਹੁੰਦਾ ਹੈ, ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਅਤੇ ਜਿਹੜੀਆਂ ਗੱਲਾਂ ਫॉर ਗ੍ਰਾਂਟਡ ਸਾਡੇ ਵਿੱਚ ਹੈਗੀਆਂ, ਅਸੀਂ ਉਹਨੂੰ ਹਾਈਲਾਈਟ ਕਿਸ ਤਰੀਕੇ ਦੇ ਨਾਲ ਕਰ ਰਹੇ ਹਾਂ। ਸੋ ਇਸ ਯੁਕਤੀ ਨੂੰ ਲੈ ਕੇ ਤੁਹਾਡੀ ਵੀ ਰਾਏ ਨਹੀਂ ਜਾਣੀ ਗਈ? ਨਹੀਂ, ਮੈਨੂੰ ਵੀ ਨਹੀਂ ਪਤਾ ਜੀ। ਮੈਂ ਤਾਂ ਸਵੇਰੇ ਅਖਬਾਰ ਦੇ ਵਿੱਚ ਇੱਕ ਖਦਸ਼ਾ ਦੇਖਿਆ ਸੀ ਕਿ ਵੀ ਹੰਗਾਮੀ ਮੀਟਿੰਗ, ਔਰ ਮੈਂ ਜ਼ਰੂਰ ਹੈਰਾਨ ਹੋਈ ਕਿਉਂਕਿ ਮੈਂ ਜਨਰਲ ਸਕੱਤਰ ਰਹਿ ਚੁੱਕੀ ਹਾਂ, ਐਗਜ਼ੈਕਟਿਵ ਵਿੱਚ ਰਹਿ ਚੁੱਕੀ ਹਾਂ, ਅਤੇ ਮੈਨੂੰ ਪਤਾ ਹੈ ਜੇ ਹੰਗਾਮੀ ਮੀਟਿੰਗ ਹੁੰਦੀ ਹੈ ਤਾਂ ਕੋਈ ਖਾਸ ਹੀ ਗੱਲ ਹੁੰਦੀ ਹੈ। ਮੁੱਦਾ ਤਾਂ ਕੋਈ ਸਾਹਮਣੇ ਦਿਸ ਨਹੀਂ ਸੀ ਰਿਹਾ, ਸਵਾਏ ਕਿ ਵੀ ਇਹ ਪਿਛਲੇ ਦਿਨਾਂ ਵਿੱਚ ਕਾਫੀ ਸੁਣਨ ਦੇ ਵਿੱਚ ਜੋ ਗੱਲਾਂ ਆ ਰਹੀਆਂ ਸੀ, ਉਹ ਦਿਮਾਗ ਵਿੱਚ ਹੈਗੀਆਂ ਸੀ, ਸ਼ਾਇਦ ਉਹਨਾਂ 'ਚੋਂ ਕੁਛ ਹੋਵੇ। ਸੋ ਕੀ ਕਮੀਆਂ ਕੀ ਰਹੀਆਂ ਹੋਣਗੀਆਂ ਜਥੇਦਾਰ ਸਾਹਿਬ ਕੋਲੋਂ ਕਿ ਉਹਨਾਂ ਕੋਲ ਇੱਕਦਮ ਹੀ ਹੰਗਾਮੀ ਮੀਟ ਬੁਲਾ ਕੇ ਸਾਰੀਆਂ ਸੇਵਾਵਾਂ ਜਿਹੜੀਆਂ ਵਾਪਸ ਲੈ ਲਈਆਂ ਗਈਆਂ? ਨਹੀਂ, ਜਥੇਦਾਰ ਕੋਲ ਕਮੀਆਂ ਨਹੀਂ ਹੋਈਆਂ। ਤੁਸੀਂ ਦੇਖੋ, ਜਥੇਦਾਰ ਜਿਹੜਾ ਮਰਜ਼ੀ ਲਾ ਦਿਓ, ਕਦੀ ਕੋਈ ਪਰਫੈਕਟ ਨਹੀਂ ਹੋਏਗਾ, ਕਿਉਂਕਿ ਇਨਸਾਨ ਕਦੀ ਕੋਈ ਪਰਫੈਕਟ ਨਹੀਂ ਹੁੰਦਾ। ਜਿਹੜੀ ਅਕਾਲ ਤਖਤ ਸਾਹਿਬ ਦੇ ਉੱਪਰ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਕੋਈ ਖਾਸ ਅਹਿਮੀਅਤ ਨਹੀਂ, ਕਿਉਂਕਿ ਅਸੀਂ ਜੇ ਇਤਿਹਾਸ ਵਿੱਚ ਜਾਈਏ, ਜੇ ਗੁਰੂ ਗੋਬਿੰਦ ਸਿੰਘ ਜੀ ਦੇ ਨੂੰ ਪੰਜ ਪਿਆਰੇ ਇਹ ਕੁਐਸਚਨ ਕਰ ਸਕਦੇ ਹਨ ਵੀ ਤੁਸੀਂ ਇੱਕ ਪੀਰ ਦੀ ਜਿਹੜੀ ਕਬਰ ਹੈ ਉਹਦੇ 'ਤੇ ਤੀਰ ਨਾਲ ਨਮਸਕਾਰ ਕੀਤਾ ਹੈ, ਗੁਰੂ ਗੋਬਿੰਦ ਸਿੰਘ ਜੀ ਨੂੰ ਕੁਐਸਚਨ ਕਰ ਰਹੇ ਨੇ, ਔਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਟੈਸਟ ਕਰ ਰਹੇ ਨੇ ਕਿ ਵੀ ਮੇਰੇ ਸਿੱਖਾਂ ਨੂੰ ਜਿਵੇਂ ਸਿਖਾਇਆ ਹੈਗਾ ਉਹ ਕਾਇਮ ਹਨ ਕਿ ਨਹੀਂ ਕਾਇਮ। ਸਾਡੀ ਪਰੰਪਰਾ ਤਾਂ ਇਹ ਕਹਿੰਦੀ ਹੈ, ਅਤੇ ਇੱਕ ਜੇ ਗੁਰੂ ਨੇ ਇਹ ਅਧਿਕਾਰ ਦਿੱਤਾ ਪੰਜਾਂ ਸਿੱਖਾਂ ਨੂੰ, ਅਤੇ ਇੱਥੇ ਇੱਕ ਇਕੱਲਾ ਵਿਅਕਤੀ ਵਿਸ਼ੇਸ਼ ਜਿਹੜਾ ਹੈ ਉਹਦੇ ਕੋਲ ਤਾਂ ਸੁਪਰੀਮੋ ਦਾ ਹੱਕ ਹੀ ਨਹੀਂ ਹੈਗਾ, ਇਹ ਸਾਡੇ ਸਿਧਾਂਤ ਦਾ ਹਿੱਸਾ ਹੀ ਨਹੀਂ ਹੈਗਾ। ਸੋ ਕਿਉਂਕਿ ਔਰ ਮੈਨੂੰ ਮਤਲਬ ਮੇਰੀ ਸਮਝ ਦੇ ਅਨੁਸਾਰ, ਮੈਂ ਗਲਤ ਵੀ ਹੋ ਸਕਦੀ ਹਾਂ, ਉਹ ਇਸੇ ਲਈ ਹੈ ਕਿਉਂਕਿ ਕੋਈ ਇਨਸਾਨ ਪਰਫੈਕਟ ਨਹੀਂ ਹੁੰਦਾ, ਅਤੇ ਜਦੋਂ ਅਸੀਂ ਸੰਗਤੀ ਰੂਪ ਵਿੱਚ ਬੈਠ ਕੇ ਕੋਈ ਫੈਸਲਾ ਕਰਦੇ ਹਾਂ, ਉਹ ਹਮੇਸ਼ਾ ਇੱਕ ਵਿਅਕਤੀਗਤ ਫੈਸਲੇ ਨਾਲੋਂ ਬਿਹਤਰ ਹੁੰਦਾ ਹੈ। ਸੋ ਅਖੀਰ 'ਤੇ ਮੇਰਾ ਸਵਾਲ ਹੈ ਕਿ ਜੇ ਨਵੇਂ ਜਥੇਦਾਰ ਸਾਹਿਬ, ਕੀ ਲੱਗਦਾ ਹੈ ਕਿ ਉਹ ਵਧੀਆ ਭੂਮਿਕਾ ਅਦਾ ਕਰ ਸਕਣਗੇ, ਉਹ ਸਿਆਸਤ ਨੂੰ ਪਾਸੇ ਕਰਕੇ ਅਤੇ ਪੰਥਕ ਰੋਹ ਰੀਤਾਂ ਨੂੰ ਬਹਾਲ ਕਰ ਸਕਣਗੇ? ਦੇਖੋ, ਮੇਰਾ ਜਿਹੜੇ ਨਵੇਂ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਲਾਏ, ਮੇਰਾ ਉਹਨਾਂ ਦੇ ਉੱਪਰ ਨਾ ਕੋਈ ਸਵਾਲ ਹੈ ਅਤੇ ਨਾ ਕੋਈ ਟਿੱਪਣੀ ਹੈ, ਪਰ ਮੈਂ ਇੰਨਾ ਜ਼ਰੂਰ ਕਰਵਾਂਗੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਮੇਂ ਸਮੇਂ 'ਤੇ ਮੁੱਦੇ ਚੁੱਕੇ, ਪੰਥਕ ਮੁੱਦੇ ਚੁੱਕੇ ਉਹਨਾਂ ਨੇ ਗੱਲਬਾਤ ਕੀਤੀ, ਵਧੀਆ ਗੱਲ ਹੈ, ਪਰ ਜੋ ਸਾਰਾ ਘਟਨਾਕ੍ਰਮ ਅੱਜ ਅਕਾਲ ਤਖਤ ਸਾਹਿਬ 'ਤੇ ਹੋ ਰਿਹਾ ਹੈ, ਉਹ ਪੰਥਕ ਮਰਿਆਦਾ ਅਨੁਸਾਰ ਨਹੀਂ ਹੈ। ਨਾ ਕਿਸੇ ਜਥੇਦਾਰ ਨੂੰ ਅਧਿਕਾਰ ਹੈ ਕਿ ਤੁਸੀਂ ਛੋਟੀਆਂ ਛੋਟੀਆਂ ਲੜਾਈਆਂ ਵਿੱਚ ਪੈ ਜਾਓ। ਇਹਨਾਂ ਕੋਲ ਲੋਕੀ ਅੱਜ ਦੀ ਡੇਟ ਵਿੱਚ ਜੋ ਹੋ ਰਿਹਾ ਹੈ, ਜਿੱਥੇ ਆਪਸੀ ਸਿੱਖਾਂ ਦੀਆਂ ਲੜਾਈਆਂ, ਉਹ ਲੜਾਈਆਂ ਦੇ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੀ ਵਰਤੋਂ ਕੀਤੀ ਜਾਂਦੀ ਹੈ, ਇੱਥੋਂ ਚਿੱਠੀਆਂ ਕਢਾਈਆਂ ਜਾਂਦੀਆਂ, ਜਿਹਦਾ ਜ਼ੋਰ ਚੱਲਦਾ ਹੈ
ਉਹ ਦੂਜੇ ਨੂੰ ਠਿੱਬੀ ਲਾਉਣ ਵਾਸਤੇ ਇਸ ਸੰਸਥਾ ਦੀ ਵਰਤੋਂ ਕਰ ਰਿਹਾ ਹੈਗਾ, ਜੋ ਕਿ ਬਿਲਕੁਲ ਗਲਤ ਹੈ। ਔਰ ਇਹ ਪਰੰਪਰਾਵਾਂ ਜਿਹੜੀਆਂ ਇਹਨਾਂ ਨੂੰ ਠੱਲ ਪਾਉਣ ਦੀ ਜ਼ਰੂਰਤ ਹੈ। ਔਰ ਜਿਹੜਾ ਜਥੇਦਾਰ ਇਹਨਾਂ ਪਰੰਪਰਾਵਾਂ ਨੂੰ, ਜਿਹੜੀਆਂ ਗਲਤ ਪਰੰਪਰਾਵਾਂ ਸ਼ੁਰੂ ਹੋਈਆਂ ਹੋਈਆਂ ਨੇ, ਇਹਨਾਂ ਨੂੰ ਠੱਲ ਪਾਏਗਾ, ਕੌਮ ਲਈ ਉਹੀ ਚੰਗਾ ਸਿੱਧ ਹੋਏਗਾ। ਸੋ ਧੰਨਵਾਦ ਹੈ ਜੀ, ਬਹੁਤ ਬਹੁਤ। ਸੋ ਦੋਸਤੋ, ਇਹ ਸਨ ਬੀਬੀ ਕਿਰਨਜੀਤ ਕੌਰ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ। ਸੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਵੀਂ ਨਿਯੁਕਤੀ ਹੋਈ ਹੈ। ਬੇਸ਼ੱਕ ਤੁਸੀਂ ਸਾਰਾ ਕੁਝ ਸੁਣ ਲਿਆ ਕਿ ਹੰਗਾਮੀ ਮੀਟਿੰਗ ਬੁਲਾ ਕੇ ਸਰਦਾਰ ਰਘਬੀਰ ਸਿੰਘ ਜੀ ਹੁਣਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਸੋ ਆਉਣ ਵਾਲੇ ਦਿਨਾਂ 'ਚ ਅਕਾਲ ਤਖਤ ਸਾਹਿਬ ਦੀ ਕੀ ਭੂਮਿਕਾ ਹੋਏਗੀ, ਕੀ ਉਹ ਪੰਥਕ ਰੋਹ ਰੀਤਾਂ ਨੂੰ ਬਹਾਲ ਕਰ ਸਕਣਗੇ, ਇਹਦੇ ਬਾਰੇ ਵੀ ਤੁਹਾਡੇ ਨਾਲ ਚਰਚਾ ਕਰਦੇ ਰਹਾਂਗੇ। ਸੋ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਤੇਜਵੀਰ ਕਰਨ ਦੇ ਨਾਲ ਗੁਰਿੰਦਰ ਸਿੰਘ ਬਾਟ, ਸ੍ਰੀ ਅੰਮ੍ਰਿਤਸਰ ਸਾਹਿਬ, ਬਹੁਤ ਬਹੁਤ ਧੰਨਵਾਦ।